ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਆਪਣੇ ਸੂਝਵਾਨ ਦਰਸ਼ਕਾਂ ਨੂੰ, ਪਰਿਵਾਰਕ ਜੀਆਂ ਨੂੰ, ਭੈਣਾਂ ਤੇ ਵੀਰਾਂ ਨੂੰ ਇੱਕ ਬੇਨਤੀ ਦੇ ਰੂਪ ਦੇ ਵਿੱਚ ਦੱਸਣਾ ਚਾਹੁੰਦਾ, ਕਿਉਂਕਿ ਲਗਾਤਾਰ ਕਈ ਥਾਵਾਂ ਤੋਂ ਮੈਸੇਜ ਆਏ, ਫੋਨ ਆਏ ਕਿ ਪਿਛਲੇ 3-4 ਦਿਨਾਂ ਤੋਂ ਖਬਰ ਦੀ ਖਬਰ ਪ੍ਰੋਗਰਾਮ ਕਿਹੜੀ ਗੱਲੋਂ ਨਹੀਂ ਆ ਰਿਹਾ। ਅਸਲ ਵਿੱਚ ਮੇਰੇ ਸਤਿਕਾਰਯੋਗ ਮਾਤਾ ਜੀ ਇਸ ਵਕਤ ਲੁਧਿਆਣਾ ਦੇ ਵਿੱਚ DMC ਦੇ ਵਿੱਚ ਜ਼ੇਰੇ ਇਲਾਜ ਆ। ਪਿਛਲੇ ਕੁਝ ਦਿਨਾਂ ਤੋਂ ਉਹਨਾਂ ਨੂੰ ਸਿਹਤ ਦੀਆਂ ਕੁਝ ਇਹੋ ਜਿਹੀਆਂ ਸਮੱਸਿਆਵਾਂ ਚੁੰਬੜੀਆਂ, ਜਿਹਦੇ ਕਰਕੇ ਰਾਬਤਾ ਟੁੱਟਿਆ ਰਿਹਾ। ਪਰ ਇਹ ਰਾਬਤਾ ਆਪਾਂ ਬਣਾਈ ਰੱਖੀਏ, ਇਹਦੇ ਲਈ ਅਸੀਂ ਕੋਸ਼ਿਸ਼ ਜਾਰੀ ਰੱਖਾਂਗੇ ਅਤੇ ਤੁਹਾਡੀਆਂ ਦੁਆਵਾਂ ਦੀ ਲੋੜ ਹੈ। ਚੜ੍ਹਦੀ ਕਲਾ ਦੇ ਵਿੱਚ ਮਾਤਾ ਜੀ ਤੁਹਾਡੇ ਵੀ ਰਹਿਣ, ਤੁਹਾਡੇ ਮਾਪੇ ਸਦਾ ਸਲਾਮਤ ਰਹਿਣ ਅਤੇ ਮੇਰੀ ਮਾਤਾ ਜੀ ਵਾਸਤੇ ਦੁਆਵਾਂ ਕਰਿਓ। ਜਿਹੜੀ ਪਹਿਲੀ ਵੱਡੀ ਖਬਰ ਆ ਉਹਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ 20 ਤਰੀਕ ਤੋਂ ਬਾਅਦ ਪੰਜਾਬ ਸਮੇਤ ਹੋਰ ਕਈ ਸੂਬਿਆਂ ਦੇ ਵਿੱਚ ਮੀਂਹ ਪੈ ਸਕਦਾ। ਕਈ ਥਾਵਾਂ ਦੇ ਉੱਤੇ ਤੇਜ਼ ਹਵਾ ਚੱਲ ਸਕਦੀ ਹੈ, ਠੰਡੀ ਠਾਰ ਹਵਾ ਚੱਲ ਸਕਦੀ ਹੈ। ਪਰ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਧੁੱਪ ਸੋਹਣੀ ਨਿਕਲਦੀ ਹੈ, ਰਾਤ ਦੇ ਵੇਲੇ ਲਗਾਤਾਰ ਠੰਡ ਵੱਧ ਰਹੀ ਹੈ। ਪਰ ਪੰਜਾਬ ਦੇ ਵਿੱਚ ਵੀ ਪ੍ਰਦੂਸ਼ਣ ਕਰਕੇ ਇਸ ਵਕਤ ਸਾਹ ਲੈਣਾ ਦੁੱਬਰ ਜਿਹਾ ਹੋ ਰਿਹਾ। ਇਹ ਪ੍ਰਦੂਸ਼ਣ ਸਿਰਫ ਪਰਾਲੀ ਦਾ ਨਹੀਂ, ਕਿਉਂਕਿ ਮਾਣਯੋਗ ਸੁਪਰੀਮ ਕੋਰਟ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਕਿਸਾਨਾਂ ਦੀ ਜੋ ਪਰਾਲੀ ਸਾੜਨ ਦੀ ਗੱਲ ਹੈ ਉਹਨੂੰ ਐਵੇਂ ਹੀ ਮੁੱਦਾ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਸਿਰਫ 10% ਦੀ ਕਾਰਨ ਹੋ ਸਕਦਾ ਇਹ, ਜਦ ਕਿ 90% ਦੀ ਕਾਰਨ ਉਹੀ ਹੈ ਜਿਹੜਾ ਕਿ ਪੂਰੇ ਵਰ੍ਹੇ ਚੱਲਦਾ, ਜਿਹੜਾ ਕਿ 365 ਦਿਨ ਚੱਲਦਾ। ਉਹਦੇ ਵਿੱਚ ਫੈਕਟਰੀਆਂ ਦਾ ਧੂੰਆਂ ਵੀ ਹੈ, ਉਹਦੇ ਵਿੱਚ ਵਹੀਕਲਾਂ ਦਾ ਧੂੰਆਂ ਵੀ ਹੈ, ਉਹਦੇ ਵਿੱਚ ਹੋਰ ਵੱਖੋ ਵੱਖਰੇ ਕਾਰਨ ਵੀ ਹੈ, ਉਹਦੇ ਵਿੱਚ ਭੱਠਿਆਂ ਦਾ ਕਾਰਨ ਵੀ ਹੈ, ਉਹਦੇ ਵਿੱਚ ਚਿਮਨੀਆਂ ਹੋਰ ਆ ਜਿਹੜੀਆਂ ਉਹਦਾ ਕਾਰਨ ਵੀ ਹੈ। ਪਰ ਸਿਰਫ ਅਤੇ ਸਿਰਫ ਕਿਸਾਨੀ ਨੂੰ ਆਧਾਰ ਬਣਾ ਕੇ ਵੀ ਪੰਜਾਬ ਦੇ ਵਿੱਚ ਅੱਗ ਲਾਈ ਗਈ ਹੈ ਜੀ ਪਰਾਲੀ ਨੂੰ, ਪੰਜਾਬ ਦੇ ਵਿੱਚ ਨਾੜ ਨੂੰ ਅੱਗ ਲਾਈ ਗਈ ਹੈ, ਇਹਦੇ ਕਰਕੇ ਦਿੱਲੀ ਧੂੰਆਂ ਰੋਲ ਹੋ ਗਈ ਹੈ। ਇਹ ਸਿਰਫ ਅਤੇ ਸਿਰਫ ਇੱਕ ਬਹਾਨੇਬਾਜ਼ੀ ਹੈ। ਚਾਹੀਦਾ ਇਹ ਹੈ ਕਿ ਅਸੀਂ ਧੂੰਏਂ ਤੋਂ ਨਿਜਾਤ ਪਾਉਣ ਦੇ ਲਈ, ਅਸੀਂ ਪ੍ਰਦੂਸ਼ਣ ਨੂੰ ਖਤਮ ਕਰਨ ਦੇ ਲਈ, ਅਸੀਂ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਸਾਰੇ ਸਮੂਹਿਕ ਤੌਰ ਦੇ ਉੱਤੇ ਹੰਭਲਾ ਮਾਰੀਏ। ਕੋਈ ਕਹੀ ਜਾਂਦਾ ਪਾਕਿਸਤਾਨ ਤੋਂ ਧੂੰਆਂ ਆਇਆ, ਕੋਈ ਕਹੀ ਜਾਂਦਾ ਪੰਜਾਬ ਦਾ ਧੂੰਆਂ ਦਿੱਲੀ 'ਚ ਪਹੁੰਚ ਗਿਆ, ਕੋਈ ਕੁਛ ਇਉਂ ਲੱਗਦਾ ਵੀ ਜਿਵੇਂ ਧੂੰਆਂ ਵੀ ਅਸੀਂ ਡਾਕ ਟਿਕਟ ਲਾ ਕੇ ਕਿਤੇ ਭੇਜਿਆ ਹੋਵੇ, ਜਾਂ ਇਹ ਜਹਾਜ਼ ਫੜ ਕੇ ਧੂੰਆਂ ਕਿਤੇ ਗਿਆ ਹੋਵੇ। ਰਾਹ ਦੇ ਵਿੱਚ ਕਿਤੇ ਨੁਕਸਾਨ ਨਹੀਂ ਕਰਦਾ, ਇੱਕ ਵਿਸ਼ੇਸ਼ ਥਾਂ ਦੇ ਉੱਤੇ ਜਾ ਕੇ ਪੰਜਾਬ ਦਾ ਧੂੰਆਂ ਆ ਕੇ ਨੁਕਸਾਨ ਕਰਦਾ। ਇੱਦਾਂ ਦੀਆਂ ਗੱਲਾਂ ਸ਼ੋਭਦੀਆਂ ਨਹੀਂ। ਮਾਣਯੋਗ ਸੁਪਰੀਮ ਕੋਰਟ ਨੇ ਜਦੋਂ ਇਹ ਗੱਲ ਕਹੀ ਹੈ ਟਿੱਪਣੀ ਦੇ ਰੂਪ ਦੇ ਵਿੱਚ, ਫਿਰ ਤਾਂ ਸਭ ਕੁਝ ਸਾਫ਼ ਹੋ ਹੀ ਜਾਂਦਾ। ਪਰ ਅਗਲੀ ਗੱਲ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਸ ਵਕਤ ਧੂੰਏਂ ਦੀ ਇੱਕ ਚਾਦਰ ਜੀ, ਜਾਂ ਕਹਿ ਦਈਏ ਇੱਕ ਗਰਦ ਦੀ ਚਾਦਰ ਜੀ ਛਾਈ ਹੋਈ ਹੈ, ਉਹ ਜੇਕਰ ਮੀਂਹ ਪੈ ਜਾਂਦਾ ਤਾਂ ਲੋਕਾਂ ਨੂੰ ਥੋੜ੍ਹਾ ਜਿਹਾ ਸਾਹ ਲੈਣਾ ਸੌਖਾ ਰਹੂਗਾ। ਕਿਉਂਕਿ ਆਲੇ ਦੁਆਲੇ ਦੇ ਹੋਰ ਸੂਬੇ ਜਿਹੜੇ ਉਹ ਵੀ ਇਸ ਵਕਤ ਹਵਾ ਪ੍ਰਦੂਸ਼ਣ ਦੇ ਕਰਕੇ ਪ੍ਰਭਾਵਿਤ ਆ, ਲੋਕ ਉੱਥੋਂ ਦੇ ਪ੍ਰਭਾਵਿਤ ਆ, ਖਾਸ ਕਰਕੇ ਦਮੇ ਦੇ ਮਰੀਜ਼ ਅਤੇ ਜਿਹੜੇ ਦਿਲ ਦੇ ਰੋਗਾਂ ਤੋਂ ਪੀੜਤ ਆ। ਸੋ ਸਾਰੇ ਪਾਸੇ ਸਭ ਕੁਝ ਠੀਕ ਰਵੇ ਦੀ ਕਾਮਨਾ ਕਰਦੇ ਆ। ਪਰ ਪਹਿਲੀ ਵੱਡੀ ਜਿਹੜੀ ਖਬਰ ਹੈ ਉਹ ਹੈਗੀ ਹੈ BJP ਨਾਲ ਸੰਬੰਧਿਤ। BJP ਦੇ ਵੱਲੋਂ ਆਉਂਦੇ ਸਮੇਂ ਦੇ ਵਿੱਚ ਪੱਤਾ ਖੇਡਿਆ ਹੀ ਜਾਣਾ, ਇਹਦੇ ਬਾਬਤ ਅਸੀਂ ਬਹੁਤ ਵਾਰ ਖਬਰਾਂ ਸਾਂਝੀਆਂ ਕੀਤੀਆਂ ਇਸੇ ਪ੍ਰੋਗਰਾਮ ਦੇ ਵਿੱਚ, ਅਤੇ ਉਹ ਪੱਤਾ ਖੇਡਿਆ ਹੀ ਜਾ ਰਿਹਾ। ਕਿਉਂਕਿ ਲੰਘੇ ਕੱਲ੍ਹ ਮਾਣਯੋਗ ਰਾਸ਼ਟਰਪਤੀ ਰਾਮਨਾਥ ਕੋਵਿੰਦ ਸਾਹਿਬ ਨੂੰ ਮਿਲ ਕੇ ਆਏ ਆ ਪੰਜਾਬ ਦੇ BJP ਦੇ ਆਗੂ। 2 ਦਿਨ ਪਹਿਲਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਆ। ਮੈਂ ਇੱਕ ਦਿਨ ਅੱਗੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਹੀ ਸੀ ਕਿ ਕਰਤਾਰਪੁਰ ਦਾ ਲਾਂਘਾ ਖੁੱਲੂਗਾ, ਪਰ ਇਹ ਕਿਸੇ ਹੋਰ ਨੂੰ ਸਿਹਰਾ ਬਿਲਕੁਲ ਨਹੀਂ ਜਾਊਗਾ, ਪੰਜਾਬ ਦੇ BJP ਆਗੂਆਂ ਨੂੰ ਸਿਹਰਾ ਜਾਊਗਾ। ਕਿਉਂਕਿ ਇਹ ਗੱਲ ਹੁਣ ਤੱਕ ਪ੍ਰਚਾਰੀ ਵੀ ਗਈ ਹੈ ਅਤੇ ਸਮਝ ਵੀ ਲਈ ਗਈ ਹੈ ਕਿ ਪੰਜਾਬ 'ਚੋਂ ਕਿਸਾਨ ਅੰਦੋਲਨ ਛਿੜਿਆ, ਪੰਜਾਬ ਤੋਂ ਬਾਅਦ ਹਰਿਆਣਾ ਤੁਰਿਆ, ਹਰਿਆਣੇ ਤੋਂ ਬਾਅਦ UP ਤੁਰਿਆ, ਫਿਰ ਬਾਕੀ ਵੱਖ-ਵੱਖ ਸੂਬੇ ਤੁਰੇ, ਅਤੇ ਬਾਅਦ ਦੇ ਵਿੱਚ ਰਾਸ਼ਟਰ ਪੱਧਰੀ ਨਹੀਂ, ਨੈਸ਼ਨਲ ਪੱਧਰ ਦੇ ਉੱਤੇ ਨਹੀਂ, ਸਗੋਂ ਇਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਅੰਦੋਲਨ ਬਣ ਗਿਆ। ਅਤੇ ਇਸ ਵਕਤ ਸਿੱਖਾਂ ਨੂੰ ਆਪਣੇ ਨਾਲ ਜੋੜਨ ਦੇ ਲਈ ਬਹੁਤ ਕੁਝ ਕੀਤਾ ਜਾਣਾ ਅਤੇ ਕਈ ਕੁਝ ਕੀਤਾ ਜਾ ਰਿਹਾ। ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਸਾਹਿਬ ਦੇ ਕੋਲੇ ਜਾ ਕੇ ਗੱਲ ਕਹੀ ਆ ਪੰਜਾਬ ਦੇ ਵਫਦ ਨੇ, BJP ਦੇ ਵਫਦ ਨੇ, ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਜਾਵੇ। ਉਹਨਾਂ ਨੇ ਕਿਹਾ ਖੋਲ੍ਹਾਂਗੇ। ਆਸ ਕਰਨੀ ਬਣਦੀ ਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਸ਼ਾਇਦ ਖੁੱਲ੍ਹ ਜਾਵੇ। ਫਿਰ ਹੁਣ ਰਾਸ਼ਟਰਪਤੀ ਸਾਹਿਬ ਨੂੰ ਮਿਲ ਕੇ ਆਏ ਆ ਵਫਦ ਦੇ ਮੈਂਬਰ। ਸੋ ਇਸ ਕਰਕੇ ਆਸ ਵੱਝਦੀ ਹੈ ਕਿ ਕਿਸੇ ਹੋਰ ਨੂੰ ਸਿਹਰਾ ਨਹੀਂ ਜਾਣ ਦੇਣਾ, BJP ਦੇ ਆਗੂ ਹੀ ਸਿਹਰਾ ਲੈਣਗੇ। 2022 ਦੀਆਂ ਚੋਣਾਂ ਦੇ ਨਾਲ ਜੋੜ ਕੇ ਇਸ ਸਭ ਕੁਝ ਨੂੰ ਦੇਖਣਾ ਸੁਭਾਵਿਕ ਹੈ, ਕਿਉਂਕਿ ਇਸ ਵਕਤ ਸਿੱਖਾਂ ਦੇ ਉੱਤੇ ਡੋਰੇ ਕਈ ਲੋਕ ਪਾ ਰਹੇ ਆ। ਜਿਹੜੇ ਸੂਬੇ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਇਹ ਗੱਲ ਕਹੀ ਹੋਵੇ, ਜਿਹੜੀ ਧਰਤੀ 'ਤੇ ਇਹ ਗੱਲ ਕਹੀ ਹੋਵੇ ਕਿ ਧਰਮ ਸਭ ਦੇ ਲਈ ਇੱਕ ਸਮਾਨ ਆ, ਧਰਮ ਦੇ ਚੱਕਰਾਂ 'ਚ ਨਹੀਂ ਉਲਝਣਾ ਚਾਹੀਦਾ, ਧਰਮ ਦੇ ਝੇੜਿਆਂ 'ਚ ਨਹੀਂ ਪੈਣਾ ਚਾਹੀਦਾ, ਮਨੁੱਖਤਾ ਦੀ ਗੱਲ ਕਰਨੀ ਚਾਹੀਦੀ ਹੈ, ਚੰਗੇ ਨੇਕ ਇਨਸਾਨ ਬਣਨ ਦੀ ਗੱਲ ਕਰਨੀ ਚਾਹੀਦੀ ਹੈ। ਜਦੋਂ ਉਸ ਸੂਬੇ ਦੇ ਵਿੱਚ ਪਤਾ ਹੀ ਇਹ ਖੇਡਿਆ ਜਾਂਦਾ ਹੋਵੇ ਕਿ ਸਾਨੂੰ ਮੌਕਾ ਦਿਓ, ਅਸੀਂ ਸਿੱਖ ਨੂੰ ਚਿਹਰਾ ਬਣਾਵਾਂਗੇ CM ਦਾ, ਅਸੀਂ ਦਲਿਤ ਨੂੰ ਚਿਹਰਾ ਬਣਾਵਾਂਗੇ CM ਦਾ, ਅਸੀਂ ਜੱਟ ਨੂੰ ਚਿਹਰਾ ਬਣਾਵਾਂਗੇ CM ਦਾ, ਇਹਨਾਂ ਗੱਲਾਂ ਦੇ ਵਿੱਚ ਪੈ ਕੇ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਤੋਂ ਦੂਰ ਸਾਰੇ ਹੀ ਹੋ ਰਹੇ ਆ। ਪਰ ਉਸ ਤੋਂ ਅਗਲੀ ਗੱਲ ਇਹ ਹੈ ਜੀ ਕਿ BJP ਦੇ ਵੱਲੋਂ ਸਿਹਰਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,
ਤੇ ਬੀਜੇਪੀ ਸਿਹਰਾ ਲਊਗੀ ਵੀ। ਇਹ ਵੱਖਰੀ ਗੱਲ ਹੈ ਵੀ ਲੋਕਾਂ ਨੇ ਵੋਟ ਪਾਉਣੀ ਜਾਂ ਨਹੀਂ ਪਾਉਣੀ, ਇਹ ਲੋਕਾਂ ਦੀ ਆਪਣੀ ਮਰਜ਼ੀ ਦੇ ਉੱਤੇ ਨਿਰਭਰ ਕਰਦੀ ਗੱਲ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਰਤਾਰਪੁਰ ਲਾਂਘੇ ਨੂੰ ਲੈ ਕੇ ਪੰਜਾਬ ਦੇ ਭਾਜਪਾ ਨੇਤਾ ਪੂਰੀ ਤਰ੍ਹਾਂ ਸਰਗਰਮ ਹੋ ਗਏ ਨੇ। ਸੋਮਵਾਰ ਨੂੰ ਸੂਬੇ ਦੇ ਬੀਜੇਪੀ ਦੇ ਨੇਤਾਵਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਲ ਮੁਲਾਕਾਤ ਕੀਤੀ ਹੈ। ਰਾਸ਼ਟਰਪਤੀ ਨੂੰ ਮਿਲ ਕੇ 19 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੱਕ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਗਈ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਇਸੇ ਮਾਮਲੇ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਮੁਲਾਕਾਤ ਕੀਤੀ ਗਈ ਸੀ। ਇਸ ਤੋਂ ਬਾਅਦ ਉਹਨਾਂ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਵੀ ਮੁਲਾਕਾਤ ਹੋਣੀ ਹੈ। ਭਾਰਤ ਪਾਕਿਸਤਾਨ ਦਰਮਿਆਨ ਬਣਿਆ ਕਰਤਾਰਪੁਰ ਲਾਂਘਾ ਪਿਛਲੇ ਸਾਲ ਮਾਰਚ ਮਹੀਨੇ ਤੋਂ ਬੰਦ ਹੈ। ਇਹਨੂੰ ਕਰੋਨਾ ਦੇ ਕਰਕੇ ਬੰਦ ਕਰ ਦਿੱਤਾ ਗਿਆ ਸੀ। ਇਸ ਕੋਰੀਡੋਰ ਦੇ ਜ਼ਰੀਏ ਸਿੱਖ ਸ਼ਰਧਾਲੂਆਂ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਹੁੰਦੇ ਸਨ ਤੇ ਇਸ ਦਰਸ਼ਨ ਦੀਦਾਰ ਦੇ ਲਈ ਲੰਮੇ ਸਮੇਂ ਦੀਆਂ ਅਰਦਾਸਾਂ ਨੇ ਕੰਮ ਕੀਤਾ। ਕਰਤਾਰਪੁਰ ਲਾਂਘਾ ਸਿੱਖ ਸ਼ਰਧਾਲੂਆਂ ਦੇ ਲਿਹਾਜ਼ ਨਾਲ ਅਹਿਮ ਹੈ, ਪਰ ਨੇਤਾਵਾਂ ਦੇ ਲਈ ਇਹ ਸਿਆਸੀ ਮਾਇਨੇ ਵੀ ਰੱਖਦਾ ਹੈ। ਇਹੀ ਕਾਰਨ ਹੈ ਕਿ ਸੀਐਮ ਚਰਨਜੀਤ ਸਿੰਘ ਚੰਨੀ ਨੇ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਕੋਲੇ ਜਾ ਕੇ ਮੰਗ ਚੁੱਕੀ। ਉਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੁਝ ਦਿਨ ਪਹਿਲਾਂ ਕਰਤਾਰਪੁਰ ਲਾਂਘਾ ਦੇਖਣ ਦੇ ਲਈ ਡੇਰਾ ਬਾਬਾ ਨਾਨਕ ਪਹੁੰਚ ਗਏ। ਇਸ ਤੋਂ ਬਾਅਦ ਅਕਾਲੀ ਦਲ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹ ਮੁੱਦਾ ਚੁੱਕਿਆ। ਭਾਜਪਾ ਵੀ ਇਸ ਕਰਕੇ ਸਰਗਰਮ ਹੋਈ ਹੈ ਤਾਂ ਜੋ ਅਗਲੀਆਂ ਚੋਣਾਂ ਦੇ ਵਿੱਚ ਇਸ ਦਾ ਕ੍ਰੈਡਿਟ ਭਾਜਪਾ ਨੂੰ ਹੀ ਮਿਲ ਸਕੇ। ਕਰਤਾਰਪੁਰ ਲਾਂਘੇ ਦੇ ਮਾਮਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਿਸੇ ਵੇਲੇ ਖੂਬ ਚਰਚਾ ਦੇ ਵਿੱਚ ਆਏ ਸਨ। ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਗਏ ਤਾਂ ਉੱਥੇ ਪਾਕਿਸਤਾਨ ਆਰਮੀ ਦੇ ਚੀਫ ਕਮਰ ਬਾਜਵਾ ਨੂੰ ਗਲੇ ਮਿਲੇ। ਇਸ ਤੋਂ ਬਾਅਦ ਭਾਰਤੀ ਰਾਜਨੀਤੀ ਦੇ ਵਿੱਚ ਖਲਬਲੀ ਮੱਚੀ ਤੇ ਸਿੱਧੂ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਕਰਤਾਰਪੁਰ ਲਾਂਘਾ ਖੋਲ੍ਹਣ ਵਾਸਤੇ ਹਾਮੀ ਭਰਵਾਉਣ ਦੇ ਲਈ ਇਹ ਸਭ ਕੁਝ ਕੀਤਾ। ਇਸ ਤੋਂ ਬਾਅਦ ਕਰਤਾਰਪੁਰ ਲਾਂਘਾ ਖੁੱਲ੍ਹਿਆ ਤੇ ਉਸ ਦਾ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਸਿੱਧੂ ਉਸ ਵਕਤ ਪਾਕਿਸਤਾਨ ਦੇ ਵਿੱਚ ਹੋਏ ਉਦਘਾਟਨ ਸਮਾਗਮ ਦੇ ਵਿੱਚ ਹਿੱਸਾ ਲੈਣ ਵਾਸਤੇ ਗਏ ਸਨ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਉੱਤੇ ਵੀ ਸਿਆਸਤ ਹੋ ਰਹੀ ਹੈ, ਇਹਦੇ ਤੇ ਹੈਰਾਨੀ ਵੀ ਹੁੰਦੀ ਹੈ ਤੇ ਦੁੱਖ ਵੀ ਹੁੰਦਾ ਹੈ। ਹੈਰਾਨੀ ਇਸ ਕਰਕੇ ਹੁੰਦੀ ਹੈ ਕਿ ਜਿਹੜਾ ਲਾਂਘਾ ਮਾਰਚ ਮਹੀਨੇ ਦੇ ਵਿੱਚ ਪਿਛਲੇ ਵਰੇ ਬੰਦ ਹੈ, ਇਹਨੂੰ 1.5 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਤੇ ਉਹਨੂੰ ਹੁਣ ਖੋਲ੍ਹਣ ਦੀਆਂ ਗੱਲਾਂ ਚੱਲ ਰਹੀਆਂ। ਤੇ ਦੁੱਖ ਇਸ ਗੱਲ ਦੇ ਉੱਤੇ ਹੁੰਦਾ ਕਿ ਰਾਜਨੀਤੀ ਨੇ ਕਿਸੇ ਵੀ ਪੱਖ ਨੂੰ ਛੱਡਿਆ ਨਹੀਂ। ਹਰ ਮੁੱਦੇ ਦੇ ਉੱਤੇ ਰਾਜਨੀਤੀ, ਜੰਮਣ ਤੇ ਰਾਜਨੀਤੀ, ਮਰਨ ਤੇ ਰਾਜਨੀਤੀ, ਧਰਮ ਤੇ ਰਾਜਨੀਤੀ, ਮਨੁੱਖ ਤੇ ਰਾਜਨੀਤੀ, ਬੇਰੁਜ਼ਗਾਰ ਤੇ ਰਾਜਨੀਤੀ, ਭੁੱਖੇ ਤੇ ਰਾਜਨੀਤੀ, ਕਿਸੇ ਵੀ ਗੱਲ ਦੇ ਉੱਤੇ ਦੇਖੋ ਤੁਸੀਂ ਰਾਜਨੀਤੀ ਹੀ ਰਾਜਨੀਤੀ। ਧਰਮ ਸਾਨੂੰ ਇਹ ਗੱਲ ਕਹਿਣਾ ਜੀ ਕਿ ਸਭ ਕੁਝ ਵਾਹਿਗੁਰੂ ਦਾ, ਸਭ ਕੁਝ ਭਗਵਾਨ ਦਾ, ਸਭ ਕੁਝ ਅੱਲਾ ਦਾ, ਪਰ ਇੱਥੇ ਸਿਹਰਾ ਲੈਣ ਦੇ ਲਈ ਕੀ ਕੁਝ ਚੱਲਦਾ ਤੇ ਲੋਕਾਂ ਨੇ ਦਿਲੋਂ ਦਿਮਾਗ ਦੇ ਵਿੱਚ ਇਹ ਗੱਲ ਬਿਠਾਉਣ ਦੇ ਲਈ ਕਿ ਇਹ ਕੰਮ ਤੁਹਾਡਾ ਅਸੀਂ ਹੀ ਕੀਤਾ, ਇਹਦੇ ਲਈ ਕੁਝ ਵੀ ਕੀਤਾ ਜਾਂਦਾ ਤੇ ਕੁਝ ਵੀ ਕੀਤਾ ਜਾਊਗਾ ਤੇ ਲੋਕਾਂ ਦਾ ਇੱਕ ਹਿੱਸਾ ਇਸ ਪੁਚਲਾਵੇ ਦੇ ਵਿੱਚ ਆਉਂਦਾ ਵੀ ਰਿਹਾ ਤੇ ਆਊਗਾ ਵੀ ਆਉਂਦੇ ਸਮੇਂ ਦੇ ਵਿੱਚ। ਹੈਰਾਨੀ ਇਸ ਗੱਲ ਦੀ ਹੈ ਕਿ 1.5 ਸਾਲ ਤੋਂ ਬਾਅਦ ਇਹ ਲਾਂਘਾ ਖੁੱਲ੍ਹਣ ਲੱਗਾ ਤੇ ਦੌੜ ਕਿਸ ਤਰੀਕੇ ਦੇ ਨਾਲ ਸਿਹਰਾ ਲੈਣ ਦੀ ਚੱਲੀ ਹੈ। ਤੁਹਾਨੂੰ ਇਸ ਗੱਲ ਦੇ ਉੱਤੇ ਹਰਖ ਹੋਣਾ ਚਾਹੀਦਾ, ਦੁੱਖ ਹੋਣਾ ਚਾਹੀਦਾ ਕਿ ਜੀ ਇਹ ਲਾਂਘਾ ਹੁਣ ਤੱਕ ਖੁੱਲ੍ਹਿਆ ਕਿਉਂ ਨਹੀਂ। ਜਦੋਂ ਦੁਨੀਆ ਭਰ ਦੀ ਹਰ ਥਾਂ ਖੁੱਲ੍ਹ ਗਈ, ਜਦੋਂ ਭਾਰਤ ਦੀਆਂ ਸਾਰੀਆਂ ਧਾਰਮਿਕ ਥਾਵਾਂ ਖੁੱਲ੍ਹ ਗਈਆਂ, ਸਾਰੇ ਅਦਾਰੇ ਖੁੱਲ੍ਹ ਗਏ, ਤਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਕਿਉਂ ਨਹੀਂ ਖੁੱਲ੍ਹਿਆ। ਅਗਲੀ ਗੱਲ ਇਹ ਜੀ ਕਿ ਹੁਣ ਤੱਕ ਕਿਹਾ ਗਿਆ ਕਈ ਅਧਿਕਾਰੀਆਂ ਦੇ ਵੱਲੋਂ ਕਿ ਪਾਕਿਸਤਾਨ ਦੇ ਵੱਲੋਂ ਹੀ ਇਹਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ, ਜਦ ਕਿ ਪਾਕਿਸਤਾਨ ਦੇ ਵੱਲੋਂ ਪਿਛਲੇ ਦਿਨੀ ਇਹ ਗੱਲ ਕਹੀ ਗਈ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਹ ਲਾਂਘਾ ਭਾਰਤ ਵੱਲੋਂ ਖੋਲ੍ਹ ਦਿੱਤਾ ਜਾਵੇ। ਹੁਣ ਇਸ ਗੱਲ ਦੇ ਸਿਹਰੇ ਦੀ ਦੌੜ ਚੱਲ ਪਈ ਹੈ। ਸਿਹਰਾ ਕੋਈ ਵੀ ਲੈ ਜੇ, ਪਰ ਬਾਬੇ ਦੇ ਦਰ ਨੂੰ, ਗੁਰੂ ਦੇ ਘਰ ਨੂੰ, ਭਗਵਾਨ ਦੇ ਘਰ ਨੂੰ ਤਾਂ ਬਖਸ਼ ਦੇਣਾ ਚਾਹੀਦਾ। ਜਿਵੇਂ ਸਿਆਣੇ ਗੱਲ ਕਹਿੰਦੇ ਹੁੰਦੇ ਕਿ ਇੱਕ ਘਰ ਤਾਂ ਕੋਈ ਵੀ ਚੀਜ਼ ਛੱਡ ਦਿੰਦੀ ਹੈ, ਉਵੇਂ ਸਾਡੇ ਰਾਜਨੀਤਿਕ ਲੋਕ ਭਾਵੇਂ ਕੋਈ ਵੀ ਪਾਰਟੀ ਹੋਵੇ ਇੱਕ ਘਰ ਵੀ ਨਹੀਂ ਛੱਡਦੇ। ਉਸ ਤੋਂ ਅਗਲੀ ਗੱਲ ਇਹ ਹੈ ਵੀ ਲੰਘੇ ਕੱਲ੍ਹ ਹਰਜੀਤ ਸਿੰਘ ਗਰੇਵਾਲ ਹੋਰਾਂ ਨੇ ਗੱਲ ਕਹੀ ਹੈ ਕਿ ਅਸੀਂ ਜੋ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਐਤਵਾਰ ਨੂੰ ਮੁਲਾਕਾਤ ਕੀਤੀ ਹੈ, ਉਹਦੇ ਵਿੱਚ 2022 ਦੀਆਂ ਚੋਣਾਂ, ਕਰਤਾਰਪੁਰ ਦਾ ਲਾਂਘਾ ਤੇ ਕਿਸਾਨ ਅੰਦੋਲਨ, 3 ਮੁੱਦਿਆਂ ਦੇ ਉੱਤੇ ਮੁੱਖ ਤੌਰ 'ਤੇ ਚਰਚਾ ਕੀਤੀ ਹੈ। ਉਹਨਾਂ ਨੇ ਇੱਕ ਗੱਲ ਹੋਰ ਕਹਿਤੀ, ਕਹਿੰਦੇ ਜੀ ਕਿ ਅਸੀਂ ਤਾਂ ਮੀਟਿੰਗ ਕਰਨ ਨੂੰ ਤਿਆਰ ਹਾਂ, ਬੀਜੇਪੀ ਤਾਂ ਮੀਟਿੰਗ ਕਰਨ ਨੂੰ ਤਿਆਰ ਬਰ ਤਿਆਰ ਹੈ, ਸਰਕਾਰ ਦੇ ਵੱਲੋਂ ਤਾਂ ਕਮੀ ਪੇਸ਼ੀ ਕੋਈ ਨਹੀਂ, ਇਹ ਤਾਂ ਕਿਸਾਨ ਆਗੂ ਹੀ ਮੀਟਿੰਗ ਕਰਨ ਦੇ ਹੱਕ ਦੇ ਵਿੱਚ ਨਹੀਂ। ਉਹ ਕਹਿੰਦੇ ਇਹ ਦੱਸੋ ਵੀ 2 ਮਿੰਟਾਂ ਦੇ ਵਿੱਚ ਮੀਟਿੰਗ ਫਿਕਸ ਕਰ ਦਿੰਦੇ ਆ, ਇਹਦੇ ਵਿੱਚ ਕੋਈ ਦਿੱਕਤ ਨਹੀਂ, ਪਰ ਕਿਸਾਨ ਆਗੂ ਮੀਟਿੰਗ ਵਾਸਤੇ ਮੰਨਦੇ ਹੀ ਨਹੀਂ। ਤੇ ਗਰੇਵਾਲ ਸਾਹਿਬ ਨੂੰ ਤੇ ਬਾਕੀ ਭਾਜਪਾ ਦੇ ਨੇਤਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਇਹ ਦੱਸੋ ਜੀ ਕਿ ਤਰੀਕ ਕਦੋਂ ਫਿਕਸ ਹੁੰਦੀ ਹੈ। ਤੁਸੀਂ ਉਹ ਗੱਲ ਮੀਡੀਆ ਦੇ ਵਿੱਚ ਦਿਓ ਜੀ ਕਿ ਇੰਨੀ ਤਰੀਕ ਨੂੰ ਇੰਨੇ ਵਜੇ ਫਲਾਣੀ ਥਾਂ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਜਾਂ ਖੇਤੀਬਾੜੀ ਮੰਤਰੀ ਨਾਲ ਜਾਂ ਅਮਿਤ ਸ਼ਾਹ ਦੇ ਨਾਲ ਮੀਟਿੰਗ ਹੋਣੀ ਤੈਅ ਆ। ਤੇ ਜੇਕਰ ਫਿਰ ਵੀ ਕਿਸਾਨ ਨਾ ਪਹੁੰਚਣ ਤਾਂ ਫਿਰ ਦੁਨੀਆ ਭਰ ਦੇ ਵਿੱਚ ਇਸ ਗੱਲ ਦਾ ਸੁਨੇਹਾ ਜਾਊਗਾ ਵੀ ਕਿਸਾਨ ਗਲਤ ਹੈ। ਪਰ ਆਪਾਂ ਇਹ ਗੱਲ ਕਹੀ ਜਾਂਦੇ ਕਿ ਮੀਟਿੰਗ ਲਈ ਕਿਸਾਨ ਨਹੀਂ ਮੰਨਦੇ, ਮੀਟਿੰਗ ਲਈ ਕਿਸਾਨ ਨਹੀਂ ਮੰਨਦੇ। ਲੋਕਾਂ ਦੇ ਮਨ ਦੇ ਵਿੱਚ ਵੀ ਸਵਾਲ ਪੈਦਾ ਹੁੰਦਾ ਹੈ ਕਿ ਮੀਟਿੰਗ ਦੇ ਲਈ ਸੱਦਾ ਕਦੋਂ ਦਿੱਤਾ ਗਿਆ, ਕਿੰਨੀ ਤਰੀਕ ਦਾ ਸੱਦਾ ਦਿੱਤਾ ਗਿਆ, ਕਿਹਨੇ ਸੱਦਾ ਦਿੱਤਾ,
ਕਿਹੜੇ ਮੁੱਦਿਆਂ ਦੇ ਉੱਤੇ ਚਰਚਾ ਹੋਣੀ ਆ, ਕਦੇ ਇਸ ਗੱਲ ਦੇ ਬਾਬਤ ਇੱਕ ਪੈਸੇ ਦਾ ਜ਼ਿਕਰ ਹੋਇਆ ਨਹੀਂ ਜਿਹੜਾ ਕਿ ਹੋਣਾ ਚਾਹੀਦਾ। ਸੋ ਬੀਜੇਪੀ ਦੇ ਵੱਲੋਂ ਆਉਂਦੇ ਸਮੇਂ ਦੇ ਵਿੱਚ ਕਿਸਾਨ ਮੁੱਦਾ ਵੀ ਹੱਲ ਕੀਤਾ ਜਾ ਸਕਦਾ, ਪਰ ਉਹਦਾ ਸਿਹਰਾ ਕਿਸੇ ਹੋਰ ਨੂੰ ਨਹੀਂ ਜਾਣ ਦੇਣਗੇ। ਉਹ ਵੀ ਪੰਜਾਬ ਭਾਜਪਾ ਦੇ ਆਗੂਆਂ ਨੂੰ ਹੀ ਸ਼ਾਇਦ ਮੂਹਰੇ ਕਰਕੇ ਹੱਲ ਹੋਵੇ, ਅੰਦਾਜ਼ੇ ਇਸ ਗੱਲ ਦੇ। ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣਾ ਲਗਭਗ ਤੈਅ ਆ, ਕਿਉਂਕਿ ਹੁਣ 2022 ਦੀਆਂ ਚੋਣਾਂ ਦੇ ਕਰਕੇ ਹਰ ਚੀਜ਼ ਦੇ ਸਿਆਸੀ ਮਾਇਨੇ ਨਿਕਲਣਗੇ, ਪਰ ਲੋਕ ਇਹ ਚਾਹੁੰਦੇ ਆ ਵੀ ਮਸਲਾ ਹੱਲ ਹੋਵੇ, ਸਿਹਰਾ ਜਿਹੜਾ ਮਰਜ਼ੀ ਲੈ ਜੇ, ਤੇ ਬਾਅਦ ਦੇ ਵਿੱਚ ਜਦੋਂ ਵੋਟਾਂ ਪੈਣੀਆਂ ਉਹ ਹਰ ਬੰਦੇ ਦੀ ਸ਼ਖਸੀ ਆਜ਼ਾਦੀ ਆ, ਹਰ ਬੰਦੇ ਦੇ ਆਪਣੇ ਅਧਿਕਾਰ ਦੀ ਗੱਲ ਹੈ, ਕਿਹਨੇ ਕਿਹਨੂੰ ਪਾਉਣੀ ਹੈ ਤੇ ਕਿਹਨੇ ਕਿਹਨੂੰ ਨਹੀਂ ਪਾਉਣੀ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਲੰਘੇ ਕੱਲ ਇੱਕ ਵਾਰ ਫਿਰ ਆਪਣੀ ਹੀ ਸਰਕਾਰ ਦੇ ਉੱਤੇ ਵੱਡੇ ਸਵਾਲ ਦਾਗੇ ਗਏ ਆ। ਸਵਾਲ ਆਪਣੀ ਥਾਂ ਦੇ ਉੱਤੇ ਠੀਕ ਹੈ, ਜਦੋਂ ਤਾਂ ਅਸੀਂ ਇੱਕ ਪਾਰਟੀ ਦੇ ਵਿੱਚ ਜੁੜੇ ਹੋਏ ਪ੍ਰਧਾਨ ਵਿਅਕਤੀ ਦੇ ਤੌਰ ਤੇ ਦੇਖਦੇ ਹਾਂ ਤਾਂ ਇਉਂ ਲੱਗਦਾ ਕਿ ਪਾਰਟੀ ਹਾਈਕਮਾਨ ਵੀ ਨਵਜੋਤ ਸਿੰਘ ਸਿੱਧੂ ਦੇ ਮੂਹਰੇ ਝੁਕੀ ਜੇ ਖੜੀ ਹੈ। ਤੇ ਜਦੋਂ ਅਸੀਂ ਦੇਖਦੇ ਵੀ ਮੁੱਦੇ ਦੇ ਵਿੱਚ ਦਮ ਹੈ ਕਿ ਨਹੀਂ, ਫਿਰ ਇਉਂ ਲੱਗਦਾ ਵੀ ਮੁੱਦਾ ਤਾਂ ਸਭ ਦੇ ਧਿਆਨ ਦੇ ਵਿੱਚ ਆ, ਧਿਆਨ ਗੋਚਰੇ ਆ, ਪਰ ਇਸ ਮੁੱਦੇ ਦੇ ਉੱਤੇ ਬੋਲਦੇ ਕਿਉਂ ਨਹੀਂ? ਕਿਉਂਕਿ ਇਸ ਵਕਤ ਪੰਜਾਬ ਦੇ ਸਿਰ ਲੱਖਾਂ ਕਰੋੜ ਦਾ ਕਰਜ਼ਾ ਚੜ੍ਹਿਆ ਹੋਇਆ। ਪਹਿਲਾਂ ਕਹਿੰਦੇ ਸੀ 1 ਲੱਖ ਕਰੋੜ ਦਾ ਕਰਜ਼ਾ, ਹੌਲੀ ਖਬਰਾਂ ਅਸੀਂ ਪੜ੍ਹਨ ਲੱਗੇ 2 ਲੱਖ ਕਰੋੜ ਦਾ ਕਰਜ਼ਾ, ਹੁਣ ਪੌਣੇ 3 ਲੱਖ ਕਰੋੜ ਦਾ ਕਰਜ਼ਾ। ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਇੱਕ ਧਾਰਮਿਕ ਸਮਾਗਮ ਦੇ ਵਿੱਚ ਭਾਸ਼ਣ ਦਿੱਤਾ ਨਵਜੋਤ ਸਿੰਘ ਸਿੱਧੂ ਨੇ। ਉਹਨਾਂ ਨੇ ਕਿਹਾ ਜੀ ਕਿ ਸਾਰੇ ਕਰਜ਼ੇ ਮਿਲਾ ਕੇ ਪੰਜਾਬ ਦੇ ਸਿਰ ਲਗਭਗ ਪੌਣੇ 5 ਲੱਖ ਕਰੋੜ ਦਾ ਕਰਜ਼ਾ। ਕਿੰਨੀ ਬਦਕਿਸਮਤੀ ਦੀ ਗੱਲ ਹੈ ਵੀ ਪੰਜਾਬ ਵਰਗੇ ਸੂਬੇ ਨੂੰ, ਜਿਹਨੂੰ ਕਿ ਅਸੀਂ ਖੁਸ਼ਹਾਲ ਕਹਿੰਦੇ ਸੀ, ਜਿੱਥੇ ਧਾੜਵੀਆਂ ਨੇ ਵਾਰ-ਵਾਰ ਹਮਲੇ ਇਸ ਕਰਕੇ ਕੀਤੇ ਕਿ ਇਹ ਆਰਥਿਕ ਪੱਖੋਂ ਖੁਸ਼ਹਾਲ ਆ, ਤੇ ਇਸ ਸੋਨੜੀ ਚਿੜੀ ਦੇ ਖੰਭ ਨੋਚ ਲਈਏ, ਅਸੀਂ ਖੰਭ ਪੱਟ ਲਈਏ, ਇਹਦੀ ਚੁੰਝ ਪੱਟ ਲਈਏ। ਹੁਣ ਤਾਂ ਇਹ ਚਿੜੀ ਆਟੇ ਦੀ ਵੀ ਨਹੀਂ ਛੱਡੀ ਸਾਡੇ ਰਾਜਨੀਤਿਕ ਲੋਕਾਂ ਨੇ। ਉਹਨਾਂ ਧਾੜਵੀਆਂ ਤੋਂ ਖਤਰਨਾਕ ਅੱਜ ਦੇ ਧਾੜਵੀ ਹੋ ਨਿਬੜੇ ਆ, ਜਿਹੜੇ ਪੰਜਾਬ ਦੇ ਲੋਕਾਂ ਨੂੰ ਚੂੜ ਕੇ ਖਾ ਗਏ। ਜਿਵੇਂ ਗਿਰਝ ਨੂੰ ਇਸ ਗੱਲ ਦੀ ਆਸ ਹੁੰਦੀ ਆ ਕਿ ਅੱਜ ਹੱਡਾਂ ਰੋੜੀ ਦੇ ਵਿੱਚ ਮੱਝ ਮਰੀ ਮਿਲੂਗੀ ਤੇ ਅਸੀਂ ਰੱਜਾਂਗੇ, ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਨੇਤਾ ਵੀ ਆ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਬਹੁਤ ਸਾਰੇ ਨੇਤਾ ਵੀ ਇਸ ਵਕਤ ਇਸੇ ਰੌਂ ਦੇ ਵਿੱਚ, ਇਸੇ ਲੀਹ ਦੇ ਉੱਤੇ, ਇਸੇ ਸੋਚ ਦੇ ਉੱਤੇ ਚੱਲ ਰਹੇ ਆ। ਸੋ ਪੰਜਾਬ ਨੂੰ ਬਚਾਉਣ ਦੇ ਹੰਭਲੇ ਮਾਰ ਗਏ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਆਪਣੀ ਹੀ ਸਰਕਾਰ ਦੇ ਉੱਤੇ ਜਿਹੜੇ ਸਵਾਲ ਵੀ ਕੀਤੇ ਗਏ ਆ ਤੇ ਸ਼ਬਦਕ ਹਮਲੇ ਵੀ ਕੀਤੇ ਗਏ ਆ। ਇਹਦੇ ਬਾਬਤ ਆਉਂਦੇ ਸਮੇਂ ਦੇ ਵਿੱਚ ਪਾਰਟੀ ਕੀ ਉੱਤਰ ਦਿਓ ਇਹ ਵਕਤ ਦੱਸੂ, ਪਰ ਉਹਨਾਂ ਨੇ ਸਵਾਲ ਇਹ ਕੀਤਾ ਕਿ ਪੰਜਾਬ ਦੇ ਵਿੱਚ ਸਕੀਮਾਂ ਲਗਾਤਾਰ ਐਲਾਨੀਆਂ ਜਾ ਰਹੀਆਂ, ਪਰ ਪੰਜਾਬ ਦੇ ਖਜ਼ਾਨੇ ਵਿੱਚ ਕਿੰਨਾ ਫੰਡ ਆ, ਪੰਜਾਬ ਦੇ ਵਿੱਚ ਜਿਹੜੀਆਂ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਜਾਂ ਜਿਹੜੇ ਐਲਾਨ ਕੀਤੇ ਗਏ ਆ, ਇਹਦੇ ਲਈ ਕਿੱਥੋਂ ਕਿੰਨਾ ਪ੍ਰਬੰਧ ਹੈ, ਸਾਡੇ ਕੋਲੇ ਪੈਸੇ ਦਾ ਪ੍ਰਬੰਧ ਕੀ ਹੈ। ਕਿਤੇ ਇਹ ਨਾ ਹੋਵੇ ਕਿ ਅਸੀਂ ਇਕੱਲੇ ਐਲਾਨ ਹੀ ਕਰਦੇ ਰਹਿ ਜਾਈਏ। ਇਸ ਤੋਂ ਪਹਿਲਾਂ ਵੀ ਸਿੱਧੂ ਨੇ ਕਈ ਵਾਰ ਮੁੱਦਾ ਚੁੱਕਿਆ। ਵੈਸੇ ਮੈਂ ਅੱਗੇ ਵੀ ਬਹੁਤ ਵਾਰ ਬੇਨਤੀ ਦੇ ਰੂਪ 'ਚ ਗੱਲ ਕੀਤੀ ਹੈ ਕਿ ਕਿਸੇ ਵੀ ਪਾਰਟੀ ਦੀ ਸਰਕਾਰ ਨੇ, ਭਾਵੇਂ ਸਿੱਧੂ ਮੁੱਖ ਮੰਤਰੀ ਹੋਵੇ ਤੇ ਭਾਵੇਂ ਚੰਨੀ ਸਾਹਿਬ ਹੋਣ ਤੇ ਭਾਵੇਂ ਸੁਖਬੀਰ ਸਿੰਘ ਬਾਦਲ ਹੋਣ ਤੇ ਭਾਵੇਂ ਕੇਜਰੀਵਾਲ ਜਾਂ ਭਗਵੰਤ ਮਾਨ ਹੋਰੀ ਹੋਣ, ਕਿਸੇ ਨੇ ਵੀ ਆਪਦੀ ਜੇਬ ਦੇ ਵਿੱਚੋਂ 25 ਪੈਸੇ ਨਹੀਂ ਦੇਣੇ। ਜੇਕਰ ਤੁਹਾਨੂੰ ਕੋਈ ਵੀ ਚੀਜ਼ ਮੁਫਤ ਦੇ ਵਿੱਚ ਮਿਲਦੀ ਆ, ਮੈਨੂੰ ਚੀਜ਼ ਮੁਫਤ ਦੇ ਵਿੱਚ ਮਿਲਦੀ ਆ, ਉਹਦਾ ਅੱਜ ਹੀ ਮੈਨੂੰ ਦੂਜੇ ਪਾਸਿਓਂ ਭੁਗਤਾਨ ਕਰਨਾ ਪੈਂਦਾ ਤਾਂ ਮੁਫਤ 'ਚ ਮਿਲਦਾ ਕੁਝ। ਕਿਸੇ ਪਾਰਟੀ ਨੇ ਆਪਦੇ ਪੱਲਿਓਂ ਨਹੀਂ ਦੇਣੇ, ਕਿਸੇ ਸੀਐਮ ਨੇ ਆਪਦੇ ਖਾਤੇ 'ਚੋਂ ਪੈਸੇ ਨਹੀਂ ਦੇਣੇ, ਕਿਸੇ ਵੀ ਨੇਤਾ ਨੇ, ਕਿਸੇ ਵੀ ਵਿਧਾਇਕ ਨੇ ਆਪਦੇ ਪੱਲਿਓਂ ਨਹੀਂ ਦੇਣੇ। ਤੁਹਾਡੇ ਹੀ ਪੈਸੇ ਤੁਹਾਡੇ ਉੱਤੇ ਖਰਚ ਕੇ ਤੁਹਾਡੇ ਉੱਤੇ ਅਹਿਸਾਨ ਤੇ ਤੁਹਾਡੇ ਉੱਤੇ ਕਰਜ਼ੇ ਦਾ ਬੋਝ ਪੈਣਾ। ਇਸ ਗੱਲ ਨੂੰ ਪੰਜਾਬ ਦੇ ਲੋਕ ਸਮਝਣ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ ਸੁਪਰ ਸੀਐਮ ਦੇ ਵਾਂਗ ਕੰਮ ਕਰ ਰਹੇ ਸੂਬੇ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੂੰ ਇੱਕ ਨਵਾਂ ਟਾਸਕ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਹਰ ਮਹੀਨੇ ਖਜ਼ਾਨੇ ਦੀ ਸਥਿਤੀ ਨੂੰ ਜਨਤਕ ਕਰਨਾ ਚਾਹੀਦਾ। ਭਲਾਈ ਸਕੀਮਾਂ ਦੇ ਲਈ ਜੋ ਫੰਡ ਲਗਾਏ ਜਾ ਰਹੇ ਨੇ, ਇਹ ਕਮਾਈ ਹੈ ਜਾਂ ਕਰਜ਼ਾ, ਇਹ ਪੰਜਾਬ ਨੂੰ ਦੱਸਣਾ ਚਾਹੀਦਾ। ਸਿੱਧੂ ਦੀ ਇਹ ਮੰਗ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਪੰਜਾਬ ਚੋਣਾਂ ਨੇੜੇ ਦੇਖ ਕੇ ਚੰਨੀ ਸਰਕਾਰ ਧੜਾ ਰਾਹਤ ਦੇ ਰਹੀ ਹੈ। ਬਿਜਲੀ ਬਿੱਲ ਮਾਫੀ, ਉਸ ਦੇ ਰੇਟ ਘਟਾਉਣ ਤੋਂ ਲੈ ਕੇ ਪੈਟਰੋਲ ਤੇ ਡੀਜ਼ਲ ਸਸਤਾ ਕਰ ਦਿੱਤਾ ਗਿਆ। ਪੰਜਾਬ ਦੇ ਵਿੱਚ ਅਕਸਰ ਖਜ਼ਾਨਾ ਖਾਲੀ ਹੋਣ ਦੀ ਗੱਲ ਕੀਤੀ ਜਾਂਦੀ ਹੈ। ਜੇ ਚੰਨੀ ਸਰਕਾਰ ਇਸ ਹਾਲਾਤ ਨੂੰ ਜਨਤਕ ਕਰੇਗੀ ਤਾਂ ਉਸ ਦੀ ਪੋਲ ਵੀ ਖੁੱਲ੍ਹ ਸਕਦੀ ਹੈ। ਸਿੱਧੂ ਨੇ ਟਵੀਟ ਕੀਤੇ ਨੇ ਲਗਾਤਾਰ, ਜਿਹਦੇ ਕਰਕੇ ਚੰਨੀ ਸਰਕਾਰ ਨੂੰ ਇੱਕ ਵਾਰ ਫਿਰ ਘੇਰਾ ਪੈ ਗਿਆ। ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਅੱਜ ਪੰਜਾਬ ਦੇਸ਼ ਦਾ ਸਭ ਤੋਂ ਵੱਧ ਕਰਜ਼ਦਾਰ ਸੂਬਾ। ਪੰਜਾਬ ਦੇ ਸਿਰ ਇਸ ਵਕਤ GDP ਦਾ 50% ਕਰਜ਼ਾ ਹੈ। ਅੱਧੇ ਤੋਂ ਵੱਧ ਖਰਚੇ ਮਹਿੰਗੇ ਕਰਜ਼ ਦੇ ਨਾਲ ਚੱਲ ਰਹੇ ਨੇ। ਪੰਜਾਬ ਨੂੰ ਉਹਨਾਂ ਅਸਲ ਮੁੱਦਿਆਂ ਤੋਂ ਨਾ ਭਟਕਣ ਦਿੱਤਾ ਜਾਵੇ ਜਿਨ੍ਹਾਂ ਦਾ ਹਰ ਪੰਜਾਬੀ ਤੇ ਪਾਰਟੀ ਵਰਕਰ ਨੂੰ ਸਮਰਥਨ ਕਰਨਾ ਚਾਹੀਦਾ। ਵਿੱਤੀ ਜਵਾਬਦੇਹੀ ਤੇ ਪਾਰਦਰਸ਼ਤਾ ਪੰਜਾਬ ਮਾਡਲ ਦੇ ਵਿੱਚ ਥੰਮ ਹੈ। ਜਵਾਬਦੇਹੀ ਦਾ ਮਤਲਬ ਇਹ ਦੱਸਣਾ ਹੈ ਕਿ ਹਰ ਯੋਜਨਾ ਤੇ ਲੱਗਣ ਵਾਲਾ ਫੰਡ ਕਿੱਥੋਂ ਆ ਰਿਹਾ, ਇਹ ਕਮਾਈ ਹੈ ਜਾਂ ਫਿਰ ਕਰਜ਼ਾ। ਪਾਰਦਰਸ਼ਤਾ ਦਾ ਮਤਲਬ ਸੂਬੇ ਦੇ ਵਿੱਤੀ ਹਾਲਾਤ ਨੂੰ ਹਰ ਮਹੀਨੇ ਜਨਤਕ ਕਰਨਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਸਵਾਲ ਕੀਤੇ ਗਏ ਆ, ਇਹਨਾਂ ਸਵਾਲਾਂ ਦੇ ਉੱਤਰ ਦੇ ਰੂਪ ਦੇ ਵਿੱਚ ਨਵਾਂ ਕੀ ਫੈਸਲਾ ਆਊਗਾ ਤੇ ਕੀ ਇਹਦੇ ਉੱਤੇ ਸ਼ਬਦਕ ਵਾਰ ਹੋਊ, ਜਾਂ ਕੀ ਚੰਨੀ ਸਰਕਾਰ ਇਸ ਗੱਲ ਨੂੰ ਵੀ ਮੰਨ ਲੂ ਕਿ ਭਾਈ ਆਹ ਲਓ ਜੀ ਅਸੀਂ ਇਹ ਵੀ ਗੱਲ ਜਨਤਕ ਕਰ ਦਿੰਦੇ ਹਾਂ। ਹਾਲਾਂਕਿ ਮੈਨੂੰ ਜ਼ਾਤੀ ਤੌਰ 'ਤੇ ਲੱਗਦਾ ਵੀ ਇੱਦਾਂ ਨਹੀਂ ਹੋਣਾ,
ਕਿਉਂਕਿ ਇਦਾਂ ਆਪ ਹੀ ਨੰਗੇ ਹੋ ਜਾਣੇ ਕਈ ਵੀ ਸਾਡੇ ਪੱਲੇ ਕੁਛ ਨਹੀਂਗਾ। ਕੱਲ੍ਹ ਤੱਕ ਤਾਂ ਮਨਪ੍ਰੀਤ ਸਿੰਘ ਬਾਦਲ ਜਿਹੜੇ ਕਿ ਸੂਬੇ ਦੇ ਵਿੱਤ ਮੰਤਰੀ ਸਾਹਿਬ ਆ, ਉਹ ਇੱਕੋ ਗੱਲ ਕਹਿੰਦੇ ਸੀ ਜੀ ਕਿ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ। ਹੁਣ ਕੱਚੇ ਮੁਲਾਜ਼ਮ ਪੱਕੇ ਵੀ ਕਰਨੇ ਆ, ਪੈਟਰੋਲ ਡੀਜ਼ਲ ਸਸਤਾ ਵੀ ਹੋ ਗਿਆ, ਬਿਜਲੀ ਪਾਣੀ ਦੇ ਬਿੱਲ ਮਾਫ ਆ ਜਾਂ ਘਟਾ ਦਿੱਤੇ ਗਏ ਆ, ਹੋਰ ਬੜਾ ਕੁਝ ਕੀਤਾ ਜਾਂ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਪੈਸਾ ਕਿੱਥੋਂ ਆਇਆ? ਜਾਂ ਤਾਂ ਫਿਰ ਪਹਿਲਾਂ ਝੂਠ ਸੀ ਤੇ ਜਾਂ ਫਿਰ ਹੁਣ ਝੂਠ ਹੈ। ਜੇ ਪਹਿਲਾਂ ਬਿਜਲੀ ਮਹਿੰਗੀ ਹੁੰਦੀ ਸੀ ਤਾਂ ਹੁਣ ਕਿਵੇਂ ਸਸਤੀ ਹੋ ਗਈ, ਤੇ ਜੇਕਰ ਹੁਣ ਸਸਤੀ ਹੈ ਤਾਂ ਪਹਿਲਾਂ ਕਿਉਂ ਨਹੀਂ ਸਸਤੀ ਕੀਤੀ ਗਈ? ਸਵਾਲ ਤਾਂ ਫਿਰ ਇਹ ਵੀ ਹੈ। ਪਰ ਇਹਦੇ ਬਾਬਤ ਕਿਸੇ ਨੇ ਨਾ ਤਾਂ ਗੰਭੀਰਤਾ ਨਾਲ ਪੁੱਛਣਾ ਤੇ ਨਾ ਕਿਸੇ ਨੇ ਤਸੱਲੀ ਨਾਲ ਦੱਸਣਾ, ਇਸ ਕਰਕੇ ਇਹ ਸਵਾਲ ਹੀ ਰਹਿ ਜਾਣੇ ਆ। ਉਸ ਤੋਂ ਅਗਲੀ ਗੱਲ ਇਹ ਹੈ ਕਿ ਸੂਬੇ ਦੇ ਵਿੱਚ ਧੜਾ ਧੜ ਮੁਫਤੀਆ ਚੀਜ਼ਾਂ ਦੀ ਗੱਲ ਕੀਤੀ ਜਾ ਰਹੀ ਹੈ। ਕੇਜਰੀਵਾਲ ਸਾਹਿਬ ਵੀ ਇਹੀ ਗੱਲ ਕਹਿੰਦੇ ਆ, ਅਕਾਲੀ ਦਲ ਦੇ ਆਗੂ ਵੀ ਇਹੀ ਗੱਲ ਕਹਿੰਦੇ ਤੇ ਕਾਂਗਰਸ ਵੀ ਇਹੀ ਗੱਲ ਕਹਿ ਰਹੀ ਹੈ। ਕਿਸੇ ਨੂੰ ਫਿਕਰ ਇਹ ਹੈ ਕਿ ਸੂਬੇ ਦੇ ਵਿੱਚ ਸਾਡੀ ਸਰਕਾਰ ਬਚੀ ਰਹੇ, ਕਿਸੇ ਨੂੰ ਫਿਕਰ ਇਹ ਆ ਵੀ ਸਾਡੇ ਹੱਥ ਦੇ ਵਿੱਚ ਸੂਬਾ ਕਿਉਂ ਨਹੀਂ ਆ ਰਿਹਾ, ਤੇ ਕਿਸੇ ਨੂੰ ਆਸ ਇਸ ਗੱਲ ਦੀ ਕਿ ਸਾਡੇ ਹੱਥ ਦੇ ਵਿੱਚ ਸੱਤਾ ਆ ਹੀ ਜਾਣੀ ਹੈ। ਸੋ ਪੰਜਾਬ ਦੇ ਲੋਕਾਂ ਦਾ ਕੀ ਅਸਲ ਦੇ ਵਿੱਚ ਮਨ ਕਹਿੰਦਾ, ਪੰਜਾਬ ਦੇ ਲੋਕ ਕੀ ਚਾਹੁੰਦੇ ਆ, ਇਹਦੇ ਬਾਬਤ ਨਾ ਕਦੇ ਪਹਿਲਾਂ ਖਿਆਲ ਕੀਤਾ ਗਿਆ, ਨਾ ਹੀ ਹੁਣ ਕੀਤਾ ਜਾਣਾ। ਮੈਂ ਅੱਗੇ ਵੀ ਇਹ ਗੱਲ ਕਹਿਣਾ ਹੁੰਦਾ, ਅੱਜ ਫਿਰ ਇਹ ਗੱਲ ਦੁਹਰਾਉਣੀ ਬਣਦੀ ਹੈ। ਚੋਣਾਂ ਦੇ ਮੌਕੇ ਆਖਰੀ 2-3 ਮਹੀਨੇ ਇਹੀ ਕੁਝ ਹੁੰਦਾ ਜੇਕਰ ਤੁਸੀਂ 5 ਸਾਲ ਪਹਿਲਾਂ ਵਾਲੇ ਝਾਤ ਮਾਰੋ, ਜਿਹੜਾ ਕੁਝ ਅੱਜ ਚੱਲ ਰਿਹਾ। ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਵੀ ਜਿਵੇਂ ਫਿਲਮ ਦਾ ਪ੍ਰਚਾਰ ਹੁੰਦਾ ਵੀ ਜਦੋਂ ਫਿਲਮ ਦੀ ਤਰੀਕ ਨਿਸ਼ਚਿਤ ਹੋ ਜਾਂਦੀ ਹੈ ਵੀ ਭਾਈ ਇੰਨੀ ਤਰੀਕ ਨੂੰ ਸਿਨੇਮਾ 'ਚ ਲੱਗਣੀ ਆ, 20 ਕੁ ਦਿਨ ਪਹਿਲਾਂ ਫਿਲਮ ਦੀ ਪੂਰੀ ਸਟਾਰ ਕਾਸਟ ਉੱਧਰ ਗਈ ਦਗੜ ਦਗੜ ਕਰਦੀ, ਉੱਧਰ ਗਈ ਦਗੜ ਦਗੜ ਕਰਦੀ, ਉੱਥੇ ਸ਼ਾਪਿੰਗ ਮਾਲ 'ਚ ਜਾ ਕੇ ਪ੍ਰਚਾਰ ਕਰੋ, ਉਸ ਯੂਨੀਵਰਸਿਟੀ 'ਚ ਕਰੋ, ਪ੍ਰੈਸ ਕਾਨਫਰੰਸਾਂ ਕਰੋ, ਇੰਟਰਵਿਊ ਕਰੋ, ਇੱਧਰ ਜਾਓ ਇੱਧਰ ਜਾਓ। ਫਿਰ ਜਦੋਂ ਫਿਲਮ ਦੇ ਵਿੱਚ ਅਖੀਰ ਦੇ ਉੱਤੇ ਪਤਾ ਲੱਗਦਾ ਹੁੰਦਾ ਵੀ ਭਾਈ ਪ੍ਰੇਮੀ ਪ੍ਰੇਮਿਕਾ ਦਾ ਮਿਲਾਪ ਹੋਇਆ ਕਿ ਨਹੀਂ, ਗੁੰਡਾ ਮਾਰ ਦਿੱਤਾ ਕਿ ਨਹੀਂ, ਕਾਲਾ ਧਨ ਕਿੱਧਰ ਗਿਆ, ਨਸ਼ੇ ਦੇ ਤਸਕਰ ਪੁਲਿਸ ਫੜ ਕੇ ਲੈ ਗਈ ਕਿ ਨਹੀਂ, ਇਹ ਉਹ ਵੇਲਾ ਆਇਆ ਪਿਆ। ਕਿਉਂਕਿ ਇਹ ਇਸ ਟਰਮ ਦਾ ਇਸ ਸਰਕਾਰ ਦੇ 5 ਸਾਲਾਂ ਦੇ ਆਖਰੀ 2-2.5 ਮਹੀਨੇ ਬਚੇ ਆ। ਸੋ ਉਹ ਬਿਲਕੁਲ ਫਿਲਮ ਦੀ ਐਂਡਿੰਗ ਵਾਲੀ ਗੱਲ ਹੈ। ਇਹਦੇ ਵਿੱਚ ਹੁਣ ਕੁਝ ਨਾ ਕੁਝ ਕਰਕੇ ਦਿਖਾਉਣਾ ਚਾਹੁੰਦੇ, ਪਰ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਤੁਹਾਡੇ ਲਈ ਵਸੀਲੇ ਕਿੱਥੋਂ ਪੈਦਾ ਹੋਣਗੇ। ਸਿਰਫ ਆਹ ਚੀਜ਼ ਮੁਫਤ ਮਿਲ ਗਈ, ਆਹ ਚੀਜ਼ ਮੁਫਤ ਮਿਲ ਗਈ, ਇਹਦੇ ਵੱਲ ਖਿਆਲ ਨਹੀਂ ਕਰਨਾ ਚਾਹੀਦਾ। ਹੁਣ ਤੱਕ ਕਿਉਂ ਨਹੀਂ ਮੁਫਤ ਮਿਲੀ ਸੀ ਤੇ ਹੁਣ ਮੁਫਤ ਕਿਵੇਂ ਮਿਲ ਰਹੀ ਹੈ, ਤੇ ਇਸ ਮੁਫਤ ਦੀ ਸਾਨੂੰ ਕੀ ਕੀਮਤ ਆਉਂਦੇ ਸਮੇਂ ਦੇ ਵਿੱਚ ਚੁਕਾਉਣੀ ਪੈ ਸਕਦੀ ਹੈ, ਇਹਦੇ ਵੱਲ ਖਿਆਲ ਅਸੀਂ ਕਰਨਾ, ਕਿਸੇ ਹੋਰ ਨੇ ਨਹੀਂ। ਸੋ ਇਸ ਕਰਕੇ ਪੰਜਾਬ ਦੇ ਸੂਝਵਾਨ ਲੋਕ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿਣ ਦੀ ਮੇਰਾ ਖਿਆਲ ਹੈ ਕਿ ਐਤਕੀ ਆਦਤ ਪਾਉਣਗੇ, ਚੰਗੇ ਨੂੰ ਚੁਣਨਗੇ। ਇਸ ਗੱਲ ਦੀ ਆਸ ਕਰਨੀ ਬਣਦੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2 ਟੁੱਕੇ ਗੱਲ ਕਹੀ ਹੈ ਕਿ ਮੈਂ ਗਾਂਧੀ ਪਰਿਵਾਰ ਦੇ ਵੱਲ ਬਿਲਕੁਲ ਨਹੀਂ ਜਾਣਾ, ਕਿਉਂਕਿ ਡਾਕਟਰ ਰਾਜਕੁਮਾਰ ਵੇਰਕਾ ਨੇ ਗੱਲ ਕਹਿਤੀ ਸੀ ਕਿ ਉਹ ਆਉਣਗੇ, ਉਹਨਾਂ ਦੇ ਆਉਣ ਦੀ ਸੰਭਾਵਨਾ, ਉਹ ਕਾਂਗਰਸ ਦੇ ਵਿੱਚ ਹੀ ਰਹਿਣਗੇ। ਸੋ ਇਸ ਗੱਲ ਦੇ ਉੱਤੇ ਕਾਂਟਾ ਬਿਲਕੁਲ ਕੈਪਟਨ ਅਮਰਿੰਦਰ ਸਿੰਘ ਨੇ ਫੇਰ ਦਿੱਤਾ। ਉਹ ਕਹਿੰਦੇ ਜੀ ਕਿ ਅਸਲ ਦੇ ਵਿੱਚ ਸਾਡੀ ਪਾਰਟੀ ਦੀ ਰਜਿਸਟ੍ਰੇਸ਼ਨ ਦਾ ਕੰਮ ਚੱਲ ਰਿਹਾ, ਇਲੈਕਸ਼ਨ ਕਮਿਸ਼ਨ ਦੇ ਕੋਲੋਂ ਚੋਣ ਨਿਸ਼ਾਨ ਦੀ ਮੰਗ ਕੀਤੀ ਹੈ, ਪੰਜਾਬ 'ਚ ਜਥੇਬੰਦਕ ਢਾਂਚੇ ਦੀ ਤਿਆਰੀ ਚੱਲ ਰਹੀ ਹੈ, ਅਸੀਂ ਕੁਝ ਕਰਕੇ ਦਿਖਾਵਾਂਗੇ। ਪਰ ਪੰਜਾਬ ਦੇ ਬਹੁ ਗਿਣਤੀ ਲੋਕ ਕਹਿੰਦੇ ਆ ਵੀ ਨਹੀਂ, ਹੁਣ ਗੱਲ ਨਹੀਂ ਬਣਨੀ ਗੀ, ਇਹਨਾਂ ਤਿਲਾਂ ਦੇ ਵਿੱਚ ਤੇਲ ਹੈ ਨਹੀਂ। ਲੋਕ ਇਹ ਗੱਲ ਕਹਿੰਦੇ ਆ ਕਿਉਂਕਿ 4.5 ਸਾਲ ਦੇ ਵਿੱਚ ਜੇਕਰ ਕੋਈ ਚਮਤਕਾਰ ਕੀਤਾ ਹੁੰਦਾ ਤਾਂ ਅੱਜ ਲੋਕ ਸੋਸ਼ਲ ਮੀਡੀਆ ਦੇ ਉੱਤੇ ਇਹ ਸ਼ਬਦ ਮੂੰਹੋਂ ਨਾ ਕੱਢਦੇ। ਕੁਝ ਕੁ ਲੋਕ ਇਹ ਗੱਲ ਕਹਿੰਦੇ ਵੀ ਕੈਪਟਨ ਸਾਹਿਬ ਖੇਡ ਖਰਾਬ ਕਿਸੇ ਦੀ ਕਰ ਸਕਦੇ ਪਰ ਜਿੱਤ ਨਹੀਂ ਸਕਦੇ। ਕੁਝ ਕੁ ਲੋਕਾਂ ਦਾ ਇਹ ਕਹਿਣਾ ਜੀ ਕਿ ਕੁਝ ਕੁ ਸੀਟਾਂ ਲਿਜਾ ਵੀ ਸਕਦੇ ਜੇ ਕਿਸਾਨੀ ਮਸਲਾ ਹੱਲ ਹੋ ਜੇ। ਕੁਝ ਕੁ ਲੋਕਾਂ ਦਾ ਇਹ ਕਹਿਣਾ ਜੀ ਕਿ ਉਹਨਾਂ ਦਾ ਇੱਕ ਨੁਕਾਤੀ ਪ੍ਰੋਗਰਾਮ ਫਲਾਣਿਆਂ ਨੂੰ ਹਰਾਉਣਾ, ਜਿੱਤਣਾ ਬਿਲਕੁਲ ਨਹੀਂ। ਸੋ ਵਕਤ ਦੱਸੂਗਾ ਆਉਂਦੇ ਸਮੇਂ ਦੇ ਵਿੱਚ ਬਣਦਾ ਕੀ ਆ, ਪਰ ਕੈਪਟਨ ਅਮਰਿੰਦਰ ਸਿੰਘ ਦੀ ਚੁੱਪ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਖੜੇ ਕਰ ਰਹੀ ਹੈ ਕਿ ਕੀ ਹਾਲੇ ਵੀ ਉਹ ਉਵੇਂ ਹੀ ਚੱਲਦੇ ਜਿਵੇਂ ਕਿ ਪਹਿਲਾਂ 4.5 ਸਾਲ ਚੱਲਦੇ ਰਹੇ। ਇੱਕ ਦਿਨ ਆਏ 20 ਦਿਨ ਫੇਰ ਨਹੀਂ ਦੱਸਣਾ, ਇੱਕ ਬਿਆਨ ਫੇਰ ਆ ਗਿਆ 20 ਦਿਨ ਫੇਰ ਨਹੀਂ ਆਉਣਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਵਿੱਚ ਵਾਪਸੀ ਨੂੰ ਨਕਾਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਨੂੰ ਮੈਂ ਬਿਲਕੁਲ ਨਹੀਂ ਮਿਲ ਰਿਹਾ। ਇਹ ਬਿਆਨ ਉਦੋਂ ਆਇਆ ਜਦੋਂ ਪੰਜਾਬ ਸਰਕਾਰ ਦੇ ਮੰਤਰੀ ਰਾਜਕੁਮਾਰ ਵੇਰਕਾ ਨੇ ਦਾਅਵਾ ਕੀਤਾ ਕਿ ਕੈਪਟਨ ਕਾਂਗਰਸ ਦੇ ਵਿੱਚ ਵਾਪਸ ਆ ਰਹੇ ਨੇ। ਵੇਰਕਾ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਕਰੀਬੀ ਰਹੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਇਹਨੂੰ ਕਿਸੇ ਦੀ ਸ਼ਰਾਰਤ ਕਰਾਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਹੁਣ ਮੇਰਾ ਪਿੱਛੇ ਮੁੜ ਕੇ ਦੇਖਣ ਦਾ ਕੋਈ ਇਰਾਦਾ ਨਹੀਂ ਹੈ। ਵੇਰਕਾ ਨੇ ਅੰਮ੍ਰਿਤਸਰ ਦੇ ਵਿੱਚ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਕਿਤੇ ਨਹੀਂ ਜਾ ਰਹੇ, ਗੱਲਬਾਤ ਚੱਲ ਰਹੀ ਹੈ, ਉਹ ਜਲਦੀ ਮੰਨ ਜਾਣਗੇ ਤੇ ਕਾਂਗਰਸ ਦੇ ਵਿੱਚ ਮੁੜ ਕੇ ਪਾਰਟੀ ਦਾ ਮਾਰਗਦਰਸ਼ਨ ਕਰਨਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ 'ਤੇ ਕੰਮ ਕਰ ਰਹੇ ਨੇ, ਉਸ ਦੇ ਸੰਗਠਨ ਨੂੰ ਬਹੁਤ ਜਲਦ ਪੂਰਾ ਕਰ ਲਿਆ ਜਾਵੇਗਾ। ਉਹ ਭਾਰਤੀ ਚੋਣ ਕਮਿਸ਼ਨ ਦੇ ਕੋਲੋਂ ਪਾਰਟੀ ਦੇ ਰਜਿਸਟ੍ਰੇਸ਼ਨ ਤੇ ਚੋਣ ਚਿੰਨ੍ਹ ਦਾ ਇੰਤਜ਼ਾਰ ਕਰ ਰਹੇ ਨੇ। ਇਸ ਤੋਂ ਬਾਅਦ ਖੁੱਲ੍ਹ ਕੇ ਸਿਆਸੀ ਮੈਦਾਨ ਦੇ ਵਿੱਚ ਨਿਤਰਨਗੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਸਾਡੀ ਪਾਰਟੀ ਦਾ ਢਾਂਚਾ ਤਿਆਰ ਹੋ ਰਿਹਾ, ਪਾਰਟੀ ਦੇ ਲਈ ਚੋਣ ਨਿਸ਼ਾਨ, ਪਾਰਟੀ ਦੀ ਰਜਿਸਟ੍ਰੇਸ਼ਨ ਦਾ ਕੰਮ ਚੱਲ ਰਿਹਾ, ਚੋਣ ਕਮਿਸ਼ਨ ਨੂੰ ਕਿਹਾ ਹੋਇਆ, ਬੇਨਤੀ ਕੀਤੀ ਹੋਈ ਹੈ। ਪਰ ਚੋਣ ਕਮਿਸ਼ਨ ਦੇ ਕੁਝ ਸੂਤਰਾਂ ਦੇ ਵੱਲੋਂ
ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਸੂਤਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਹਾਲੇ ਤੱਕ ਕੁਝ ਵੀ ਲਿਖਤੀ ਤੌਰ ਦੇ ਉੱਤੇ ਦਿੱਤਾ ਨਹੀਂ ਗਿਆ ਕੈਪਟਨ ਸਾਹਿਬ ਦੇ ਵੱਲੋਂ ਕਿ ਭਾਈ ਸਾਡੀ ਪਾਰਟੀ ਨੂੰ ਰਜਿਸਟਰਡ ਕਰੋ, ਸਾਨੂੰ ਚੋਣ ਨਿਸ਼ਾਨ ਅਲਾਟ ਕੀਤਾ ਜਾਵੇ। ਸੋ ਪਤਾ ਨਹੀਂ ਉਹ ਸਹੀ ਕਹਿੰਦੇ ਆ ਕਿ ਕੈਪਟਨ ਸਾਹਿਬ ਸਹੀ ਕਹਿੰਦੇ ਆ, ਪਰ ਕੈਪਟਨ ਸਾਹਿਬ ਹਾਲੇ ਵੀ ਸੋਚੀ ਬੈਠੇ ਆ ਕਿ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾਗਾ, ਆਪਾਂ ਜਿੱਤ ਹੀ ਜਾਣਾ, ਕਮਾਲ ਕੀਤੀ ਪਈ ਹੈ। ਕਿਉਂਕਿ ਉਹ ਸਰਗਰਮ ਹੁਣ ਵੀ ਨਹੀਂ। ਵੋਟਾਂ ਦੇ ਵਿੱਚ ਸਮਾਂ ਕਿਹੜਾ ਰਹਿ ਗਿਆ? ਫਰਵਰੀ ਦੇ ਵਿੱਚ ਵੋਟਾਂ ਪੈਣੀਆਂ, ਜਨਵਰੀ 'ਚ ਚੋਣ ਜ਼ਾਬਤਾ ਲਾਗੂ ਹੋ ਜਾਣਾ, ਨਵੰਬਰ ਦੀ ਅੱਧ ਨਿਕਲ ਗਈ ਆ, ਰਹਿ ਗਿਆ ਵਿਚਾਲੇ ਦਸੰਬਰ, ਤੇ ਆਪਾਂ ਇੰਨੇ ਸਮੇਂ ਦੇ ਵਿੱਚ ਕੀ ਕਰ ਲਾਂਗੇ? ਇੱਕ ਦਿਨ ਉਹ ਆਉਂਦੇ ਕਹਿੰਦੇ ਨੇ ਜੀ ਐਂ ਕਰ ਦਿਆਂਗੇ, 10 ਦਿਨ ਫੇਰ ਖਤਮ ਗੱਲ, ਫਿਰ ਕਹਿੰਦੇ ਜੀ ਕਿ ਆਪਾਂ ਐਂ ਕਰ ਦਿਆਂਗੇ, ਫੇਰ ਗੱਲ ਖਤਮ। ਸੋ ਇਸ ਵਕਤ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਸਰਗਰਮ ਨਹੀਂ। ਉਹ ਬਿਲਕੁਲ ਉਵੇਂ ਹੀ ਅੱਜ ਚੱਲ ਰਹੇ ਜਿਵੇਂ ਕਿ ਸਿਸਮਾ ਫਾਰਮ ਹਾਊਸ ਦੇ ਵਿੱਚ ਬੈਠ ਕੇ ਪਹਿਲਾਂ ਚੱਲਦੇ ਸੀ। ਉਹਨਾਂ ਨੂੰ ਇਸ ਵੇਲੇ ਸਰਗਰਮੀ ਫੜਨੀ ਚਾਹੀਦੀ ਸੀ, ਉਹਨਾਂ ਨੂੰ ਕਿਸਾਨ ਮਸਲਾ ਹੱਲ ਕਰਵਾਉਣਾ ਚਾਹੀਦਾ ਸੀ। ਉਹ ਕਿਸੇ ਨਾਲ ਗੱਠਜੋੜ ਕਰਦੇ ਜਾਂ ਨਹੀਂ ਕਰਦੇ, ਇਹ ਉਹਨਾਂ ਦੀ ਨਿੱਜੀ ਆਜ਼ਾਦੀ ਆ, ਇਹ ਉਹ ਕੁਛ ਵੀ ਕਰਨ, ਲੋਕਾਂ ਦੀ ਮਰਜ਼ੀ ਆ ਵੋਟ ਕਿਹਨੂੰ ਪਾਉਣੀ ਕਿਹਨੂੰ ਨਹੀਂ, ਪਰ ਉਹਨਾਂ ਨੂੰ ਹੁਣ ਤੱਕ ਮਸਲਾ ਹੱਲ ਕਰਨ ਦੇ ਵੱਲ ਵਧਣਾ ਚਾਹੀਦਾ ਸੀ। ਉਹ ਕਿਸੇ ਵੀ ਪਾਸੇ ਸਰਗਰਮ ਨਹੀਂ ਨਜ਼ਰ ਆ ਰਹੇ। ਬਾਕੀ ਵਕਤ ਦੱਸੂਗਾ ਰਾਜਨੀਤੀ ਦੇ ਵਿੱਚ ਅਖੀਰਲੇ ਮੋੜ ਤੱਕ, ਆਖਰੀ ਘੰਟੇ ਤੱਕ ਮੋੜ ਕੋਈ ਵੀ ਕੱਟਿਆ ਜਾਂਦਾ, ਪਰ ਪੰਜਾਬ ਦੇ ਲੋਕ ਚਾਹੁੰਦੇ ਆ ਐਤਕੀ ਕੁਝ ਨਾ ਕੁਝ ਸਾਡੇ ਬਾਰੇ ਸੋਚਿਆ ਜਾਵੇ। ਪਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਐਤਕੀ ਸੋਚ ਸਮਝ ਕੇ ਵੋਟ ਵੀ ਪਾਇਓ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।